ਸਤਿ ਸ਼੍ਰੀ ਅਕਾਲ ਜੀ। ਅੱਜ ਗੱਲ ਕਰਦੇ ਹਾਂ ਇੱਕ ਆਪੂ ਬਣਾਈ ਸਲਤਨਤ ਦਾ ਅੰਤ। ਕਿ ਜਦੋਂ ਕੋਈ ਵਿਅਕਤੀ ਇਸ ਤਰ੍ਹਾਂ ਦੀ ਸਲਤਨਤ ਘੜ ਲੈਂਦਾ, ਫਿਰ ਉਹ ਇਹ ਸੋਚਦਾ ਕਿ ਮੈਂ ਚੁਫੇਰਿਓਂ ਇੰਨਾ ਸੁਰੱਖਿਅਤ ਹੈ ਕਿ ਹਰ ਚੀਜ਼ ਮੇਰੀ ਜੇਬ ਦੇ ਵਿੱਚ ਹੈ। ਚਾਹੇ ਉਹ ਕਾਨੂੰਨ ਹੋਵੇ, ਚਾਹੇ ਉਹ ਸਿਆਸੀ ਲੋਕ ਹੋਣ, ਕਾਨੂੰਨ ਘਾੜੇ ਹੋਣ, ਉਹ ਸਾਰਿਆਂ ਨੂੰ ਫਿਰ ਟਿੱਚ ਜਾਣਨ ਲੱਗ ਜਾਂਦਾ। ਉਹਨੂੰ ਆਪਣੇ ਪੈਸੇ ਦਾ ਇੰਨਾ ਹੰਕਾਰ ਹੋ ਜਾਂਦਾ ਹੈ ਕਿ ਉਹ ਇਹ ਸਮਝਦਾ ਹੈ ਕਿ ਜੋ ਮੈਂ ਕਹਿ ਰਿਹਾ ਉਹ ਠੀਕ ਹੈ, ਜੋ ਬਾਕੀ ਕਹਿ ਰਹੇ ਆ ਉਹ ਗਲਤ ਹੈ। ਹਉਮੈ ਹੰਕਾਰ ਦੇ ਵਿੱਚ ਉਹ ਆ ਜਾਂਦਾ। ਉਹ ਲੋਕਾਂ ਨੂੰ ਤਾਂ ਇਹ ਸ਼ੋਅ ਕਰਦਾ ਕਿ ਉਹ ਲੋਕਾਂ ਪ੍ਰਤੀ ਇੱਕ ਬਹੁਤ ਸੰਵੇਦਨਸ਼ੀਲ ਪਹੁੰਚ ਰੱਖਦਾ, ਭਾਵ ਕਿ ਲੋਕਾਂ ਦੇ ਦੁੱਖ ਸੁੱਖ ਦੇ ਵਿੱਚ ਖੜਦਾ। ਪਰ ਉਹਨੇ ਇੱਕ ਇਸ ਤਰ੍ਹਾਂ ਦੀ ਦੀਵਾਰ ਸਿਰਜੀ ਹੁੰਦੀ ਆ, ਜਿਹੜੀ ਦੀਵਾਰ ਦੇ ਓਹਲੇ ਉਹਦੇ ਇੰਨੇ ਕੁਕਰਮ ਹੁੰਦੇ ਆ, ਜਿਨ੍ਹਾਂ ਕੁਕਰਮਾਂ ਨੂੰ ਬਚਾਉਣ ਦੇ ਵਾਸਤੇ ਉਹ ਇੱਕ ਇਸ ਤਰ੍ਹਾਂ ਦੀ ਕੰਧ ਖੜੀ ਰੱਖਦਾ ਹੈ, ਜਿਹੜੀ ਕੰਧ ਦੇ ਓਹਲੇ ਉਹ ਕੁਕਰਮ ਕਰਦਾ ਰਹੇ ਤੇ ਲੋਕਾਂ ਨੂੰ ਨਜ਼ਰ ਇਹ ਆਵੇ ਕਿ ਇਹ ਵਿਅਕਤੀ ਲੋਕਾਂ ਦਾ ਬਹੁਤ ਵੱਡਾ ਹਮਦਰਦ ਹੈ, ਇਹ ਲੋਕਾਂ ਦੇ ਮਾੜੇ ਚੰਗੇ ਸਮੇਂ ਦੇ ਵਿੱਚ ਬਹੁਤ ਖੜਦਾ ਹੈ, ਇਹ ਲੋਕਾਂ ਦੀ ਬਹੁਤ ਮਦਦ ਕਰਦਾ ਹੈ, ਇਹ ਲੋਕਾਂ ਦਾ ਮਸੀਹਾ। ਜੇ ਤਾਂ ਲੋਕ ਕਿਸੇ ਨੂੰ ਮਸੀਹਾ ਬਣਾਉਣ ਤਾਂ ਹੋਰ ਗੱਲ ਹੈ। ਜੇ ਕੋਈ ਬੰਦਾ ਇਹ ਪ੍ਰਟੈਂਡ ਕਰੇ ਕਿ ਮੈਂ ਮਸੀਹਾ, ਤਾਂ ਫਿਰ ਇਹਦਾ ਮਤਲਬ ਇਹ ਕਿ ਉਹਦੇ ਪਰਦੇ ਦੇ ਪਿੱਛੇ ਦੀ ਕਹਾਣੀ ਕੋਈ ਹੋਰ ਹੈ। ਇੱਕ ਵਾਰੀ ਨਹੀਂ, ਬਹੁਤ ਵਾਰੀ ਬਹੁਤ ਸਾਰੀਆਂ ਮਿਸਾਲਾਂ ਇਸ ਤਰ੍ਹਾਂ ਦੀਆਂ ਸਾਹਮਣੇ ਆਈਆਂ ਨੇ। ਚਾਹੇ ਤਾਂ ਹਰਿਆਣੇ ਦੇ ਵਿੱਚ ਉਹ ਆਪਣੀ ਆਰਮੀ ਖੜੀ ਕਰਕੇ ਬੈਠਾ ਸਾਧ ਹੋਵੇ, ਚਾਹੇ ਆਸਾਰਾਮ ਹੋਵੇ, ਚਾਹੇ ਆਸਾਰਾਮ ਵਰਗੇ ਕੁਝ ਹੋਰ ਹੋਣ। ਇਹਨਾਂ ਦੇ ਵਿੱਚੋਂ ਜੇ ਦੇਖਿਆ ਜਾਵੇ ਤਾਂ ਸਭ ਤੋਂ ਪਾਵਰਫੁਲ ਦੇ ਰੂਪ ਦੇ ਵਿੱਚ ਜਿਹੜਾ ਉੱਭਰਿਆ ਉਹ ਸੀ ਡੇਰਾ ਸਰਸਾ ਦਾ ਮੁਖੀ ਗੁਰਮੀਤ ਰਾਮ ਰਹੀਮ। ਗੁਰਮੀਤ ਰਾਮ ਰਹੀਮ ਦਾ ਉਭਾਰ ਅਸਲ ਦੇ ਵਿੱਚ ਤਾਂ ਹੁੰਦਾ ਹੈ ਕੋਈ 97-98 ਤੋਂ ਜ਼ਿਆਦਾ। ਉਹ ਇਸ ਡੇਰੇ ਦੇ ਉੱਤੇ ਕਾਬਜ ਕਿਵੇਂ ਹੁੰਦਾ, ਇਹਦੇ ਪਿੱਛੇ ਵੀ ਇੱਕ ਬਹੁਤ ਲੰਬੀ ਕਹਾਣੀ ਹੈ। ਕੌਣ ਲੋਕ ਉਹਨੂੰ ਉਸ ਡੇਰੇ ਦੇ ਉੱਤੇ ਲਿਜਾ ਕੇ ਕਾਬਜ ਕਰਾਉਂਦੇ ਆ, ਜਿਹੜੇ ਪਹਿਲਾਂ ਡੇਰੇ ਵਾਲੇ ਹੁੰਦੇ ਆ ਉਹ ਕਿੱਥੇ ਚਲੇ ਜਾਂਦੇ ਆ ਭੇਦ ਭਰੇ ਹਾਲਾਤਾਂ ਦੇ ਵਿੱਚ, ਉਹ ਸਾਰੇ ਅੱਜ ਇੱਕ ਭੇਦ ਨੇ, ਅਜੇ ਵੀ ਭੇਦ ਨੇ। ਉਹ ਕੀ ਉਹ ਭੇਦ ਕਦੇ ਖੁੱਲ ਸਕਣਗੇ? ਸ਼ਾਇਦ ਯਸ, ਖੁੱਲਣਗੇ ਕਿਸੇ ਨਾ ਕਿਸੇ ਵੇਲੇ। ਉਹ ਭੇਦ ਵੀ ਸਾਹਮਣੇ ਆਉਣਗੇ ਕਿ ਇਸ ਜਗ੍ਹਾ ਦੇ ਉੱਤੇ ਕਾਬਜ ਕਿਵੇਂ ਹੋਇਆ ਸੀ। ਜਦੋਂ ਉਹ ਕਾਬਜ ਹੋ ਗਿਆ ਤੇ ਫਿਰ ਉਸਨੇ ਉਹ ਆਪਣੀ ਸਲਤਨਤ ਘੜਨੀ ਸ਼ੁਰੂ ਕਰ ਦਿੱਤੀ, ਜਿਹੜੀਆਂ ਕਿ ਕੰਧਾਂ ਦੇ ਵਿਚਾਲੇ ਇੱਕ ਉਹਨੇ ਆਪਣੀ ਸਲਤਨਤ ਇਸ ਕਿਸਮ ਦੀ ਬਣਾਈ ਕਿ ਉਹਦੇ ਅੰਦਰ ਜਿਹੜਾ ਐਂਟਰ ਕਰੇ ਬੰਦਾ, ਉਹ ਵੀ ਉਹਦੀ ਮਰਜ਼ੀ ਦੇ ਮੁਤਾਬਕ ਐਂਟਰ ਕਰੇ, ਤੇ ਜੇ ਉਹ ਚਾਹਵੇ ਕਿ ਬੰਦਾ ਬਾਹਰ ਨਹੀਂ ਆ ਸਕਦਾ ਤੇ ਉਹ ਬਾਹਰ ਨਾ ਆਵੇ। ਤੇ ਉਹ ਕਾਫੀ ਹੱਦ ਤੱਕ ਅਜਿਹੀ ਸਲਤਨਤ ਘੜਨ ਦੇ ਵਿੱਚ ਸਫਲ ਹੋ ਗਿਆ। ਇੱਥੇ ਅਸਲ ਦੇ ਵਿੱਚ ਵੋਟਾਂ ਦੀ ਰਾਜਨੀਤੀ ਅਜਿਹੇ ਜਿਹੜੇ ਲੋਕ ਨੇ ਉਹਨਾਂ ਨੂੰ ਹਮੇਸ਼ਾ ਉਤਸ਼ਾਹਿਤ ਕਰਦੀ ਹੈ। ਉਹਨਾਂ ਨੂੰ ਇਹ ਲੱਗਦਾ, ਜਿਹੜੇ ਵੋਟਾਂ ਵਾਲੇ ਨੇ, ਰਾਜਨੀਤਿਕ ਪਾਰਟੀਆਂ ਵਾਲੇ, ਕਿ ਬਜਾਏ ਇਹਦੇ ਕਿ ਅਸੀਂ ਇੱਕ ਇੱਕ ਬੰਦੇ ਦੇ ਕੋਲੇ ਜਾਈਏ, ਇੱਕ ਜਗ੍ਹਾ ਦੇ ਉੱਤੇ ਜਾਵਾਂਗੇ, ਉਸ ਬੰਦੇ ਨੂੰ ਗੰਢ ਲਓ ਤੇ ਫਿਰ ਉਹਦੇ ਤੋਂ ਉਹ ਵੋਟ ਬੈਂਕ ਹਾਸਲ ਕਰਕੇ ਸੱਤਾ ਹਾਸਲ ਕਰੋ। ਉਹ ਵਿਅਕਤੀ ਜਿਹੜਾ ਇਹਨਾਂ ਸਿਆਸਤਦਾਨਾਂ ਨੂੰ ਵੋਟਾਂ ਪਵਾਉਂਦਾ, ਉਹ ਉਹਦੇ ਤੋਂ ਫਿਰ ਕਿਸ ਤਰ੍ਹਾਂ ਦੇ ਕੰਮ ਲੈਂਦਾ, ਇਹ ਸਾਰੇ ਜਾਣਦੇ ਨੇ। ਡੇਰਾ ਸਰਸਾ ਵੀ ਇਸੇ ਤਰੀਕੇ ਦੇ ਨਾਲ ਉਹਦਾ ਉਭਾਰ ਸ਼ੁਰੂ ਹੋਇਆ। ਉਭਾਰ ਐਸਾ ਗਿਆ ਕਿ ਵੱਡੇ ਵੱਡੇ ਸਿਆਸਤਦਾਨ ਉਹਦੇ ਮੋਹਰੇ ਲੇਟਣੀਆਂ ਲਾਉਂਦੇ ਵੇਖੇ ਗਏ, ਚਾਹੇ ਉਹ ਪੰਜਾਬ ਦੇ ਮੁੱਖ ਮੰਤਰੀ ਹੋਣ, ਹਰਿਆਣੇ ਦੇ ਮੁੱਖ ਮੰਤਰੀ ਹੋਣ, ਰਾਜਸਥਾਨ ਜਾਂ ਕੁਝ ਮੰਤਰੀ ਸੈਂਟਰ ਦੇ ਵਿੱਚੋਂ ਵੀ ਹੋਣ।
ਸਮੇਂ-ਸਮੇਂ ਦੇ ਉੱਤੇ ਉਹਦੇ ਡੇਰੇ ਦੇ ਉੱਤੇ ਜਾ ਕੇ ਖੜੇ ਹੋਣਾ, ਹੱਥ ਜੋੜ ਕੇ ਖੜੇ ਹੋਣਾ, ਵੀਡੀਓ ਮੌਜੂਦ ਨੇ। ਉਹਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਆਗੂ ਸ਼ਾਮਲ ਨੇ, ਬਲਕਿ ਡੰਡੌਤ ਕਰਦੇ ਵੇਖੇ ਜਾ ਸਕਦੇ ਆ। 51 ਲੱਖ ਰੁਪਏ ਦਾ ਚੈੱਕ ਦੇ ਕੇ, ਜਿਹੜੇ ਅੱਜ ਗ੍ਰਹਿ ਮੰਤਰੀ ਨੇ ਹਰਿਆਣੇ ਦੇ, ਉਹ 51 ਲੱਖ ਰੁਪਏ ਦਾ ਚੈੱਕ ਦੇ ਕੇ ਆਇਆ ਸੀ, ਨਾਲ ਡੰਡੌਤ ਕਰਦਾ ਸੀ ਲੰਮਾ ਪੈ ਕੇ। ਜਿਸ ਦਿਨ ਉਹ ਫਸਦਾ 17 ਦੇ ਵਿੱਚ, ਉਦੋਂ ਕੁਝ ਹਫ਼ਤੇ ਪਹਿਲਾਂ ਮੁੜ ਕੇ ਉਹ ਚੈੱਕ ਵਾਪਸ ਕਰਾਉਂਦਾ ਫਿਰਦਾ ਸੀ। ਅਕਾਲੀ ਆਗੂ ਉਹਦੇ ਸਾਹਮਣੇ ਹੱਥ ਜੋੜ ਕੇ ਖੜੇ ਵੇਖੇ ਜਾ ਸਕਦੇ ਆ। ਕਿੰਨਿਆਂ ਕੁ ਦੇ ਨਾਮ ਲਵਾਂ, ਮੈਕਸਿਮਮ ਨੇ ਉਹਦੇ ਵਿੱਚ। ਤੁਹਾਨੂੰ ਯਾਦ ਹੈ ਜਿਹੜੀਆਂ 17 ਵਾਲੀਆਂ ਚੋਣਾਂ ਹੋਈਆਂ ਸੀਗੀਆਂ, ਉਹਦੇ ਵਿੱਚ ਬਠਿੰਡੇ ਦੇ ਵਿੱਚ ਅਕਾਲੀ ਆਗੂਆਂ ਦੀ ਇੱਕ ਵੀਡੀਓ ਵਾਇਰਲ ਹੋਈ ਸੀ, ਜਿਹਦੇ ਵਿੱਚ ਉਹ ਕਹਿੰਦੇ ਸੀ ਕਿ ਤੁਸੀਂ ਨਾਮ ਚਰਚਾ ਦੀ ਗੱਲ ਕਰਦੇ ਹੋ, ਸ਼ਹਿਰਾਂ 'ਚ ਪਿੰਡਾਂ 'ਚ ਕਰਾਉਣਾ, ਅਸੀਂ ਗਲੀ ਗਲੀ ਕਰਾ ਦਿਆਂਗੇ, ਇੱਕ ਵਾਰੀ ਜਿਤਾ ਦਿਓ ਸਾਨੂੰ। ਕਾਂਗਰਸੀ ਉੱਥੇ ਜਾ ਕੇ ਖੜੇ ਹੁੰਦੇ ਸੀ, ਸਾਰੇ ਤਕਰੀਬਨ ਪੰਜਾਬ ਦੇ ਕਾਂਗਰਸੀ ਨੇਤਾ ਉੱਥੇ ਦੇਖੇ ਜਾ ਸਕਦੇ ਆ। ਉਹ ਕੀ ਕਰਦਾ, ਟਰੈਕਟਰ ਦੇ ਉੱਤੇ ਆਉਂਦਾ, ਕਦੇ ਕਾਰ ਦੇ ਉੱਤੇ ਆਉਂਦਾ, ਧੂਆਂ ਜਿਹਾ ਕੱਢਦਾ, ਅੱਗ ਜੀ ਛੱਡਦਾ, ਤੇ ਸਾਰਿਆਂ ਦੇ ਮੂਹਰਿਓਂ ਦੀ ਇਉਂ ਨਿਕਲ ਜਾਂਦਾ ਵੀ ਆ ਜਾਂਦਾ ਤੁਹਾਨੂੰ ਸਾਰਿਆਂ ਨੂੰ ਬੇਵਕੂਫ ਬਣਾ ਕੇ। ਇਹ ਉਹਦਾ ਆਵਾਜ਼ ਸੀ। ਇਹਨਾਂ ਸਿਆਸਤਦਾਨਾਂ ਨੇ ਕਦੇ ਸੋਚਿਆ ਨਾ ਕਿ ਇਹ ਸਲਤਨਤ ਕਦੀ ਢਹਿ ਢੇਰੀ ਵੀ ਹੋ ਸਕਦੀ ਹੈ। ਜਿਹੜੀ ਆਪੂ ਘੜੀ ਹੋਈ ਸਲਤਨਤ ਹੁੰਦੀ ਆ, ਉਹਨੇ ਢਹਿ ਢੇਰੀ ਇੱਕ ਨਾ ਇੱਕ ਦਿਨ ਹੋ ਜਾਣਾ ਹੁੰਦਾ। ਵੱਡੇ ਵੱਡੇ ਰਾਜ, ਸਿਕੰਦਰ ਵਰਗੇ, ਉਹ ਨਹੀਂ ਰਹੇ। ਬ੍ਰਿਟਿਸ਼ ਸਾਮਰਾਜ, ਜਿਨ੍ਹਾਂ ਦਾ ਸੂਰਜ ਕਦੇ ਛੁਪਦਾ ਨਹੀਂ ਸੀ, ਜਿਨ੍ਹਾਂ ਨੇ ਦੁਨੀਆ ਦੇ ਉੱਤੇ ਰਾਜ ਕੀਤਾ, ਰਹੇ ਤਾਂ ਉਹ ਵੀ ਨਾ। ਪਰ ਇੱਕ ਇਸ ਡੇਰੇ ਵਾਲੇ ਨੇ ਇਹ ਸੋਚਿਆ ਕਿ ਉਹਨੇ ਪੂਰੇ ਮੁਲਕ ਦੇ ਉੱਤੇ ਸਿਆਸਤਦਾਨਾਂ ਦੇ ਰਾਹੀਂ ਐਸਾ ਕਬਜ਼ਾ ਕਰ ਲੈਣਾ ਕਿ ਉਹ ਕਦੀ ਟੁੱਟਣਾ ਨਹੀਂ ਮੁੜ ਕੇ। ਸਮਾਂ ਸਦਾ ਇੱਕੋ ਜਿਹਾ ਨਹੀਂ ਰਹਿੰਦਾ। ਉਹ ਕਹਿੰਦੇ ਨੇ ਕਿ ਸ਼ਾਹ ਮੁਹੰਮਦਾ ਐਸਾ ਕੌਣ ਹੋਸੀ ਜਿਹਦਾ ਸ਼ੁਰੂ ਦੇ ਵਾਂਗ ਅਖੀਰ ਹੋਵੇ। ਸ਼ੁਰੂ ਦੇ ਵਾਂਗ ਅਖੀਰ ਹੁੰਦਾ ਨਹੀਂ। ਇੱਕ ਚਿੱਠੀ ਗੁੰਮਨਾਮ ਨਿਕਲਦੀ ਹੈ। 2 ਕੁੜੀਆਂ ਉਸ ਚਿੱਠੀ ਨੂੰ ਲਿਖਦੀਆਂ ਨੇ। ਸਾਬਕਾ ਪ੍ਰਧਾਨ ਮੰਤਰੀ, ਜਿਹੜੇ ਉਦੋਂ ਪ੍ਰਧਾਨ ਮੰਤਰੀ ਸਨ, ਅਟਲ ਬਿਹਾਰੀ ਵਾਜਪੇਈ, ਉਹਨਾਂ ਨੂੰ ਉਹ ਚਿੱਠੀ ਜਾਂਦੀ ਹੈ, ਤੇ ਚਿੱਠੀ ਉਹ ਬਹੁਤ ਸਾਰੇ ਮੀਡੀਆ ਅਦਾਰਿਆਂ ਨੂੰ ਜਾਂਦੀ ਹੈ। ਕਿਸੇ ਮੀਡੀਆ ਅਦਾਰੇ ਦੇ ਵਿੱਚ ਇਹ ਦਮ ਨਹੀਂ ਹੁੰਦਾ ਕਿ ਉਸ ਚਿੱਠੀ ਨੂੰ ਪ੍ਰਕਾਸ਼ਿਤ ਕਰ ਸਕੇ। ਪਰ ਸਿਆਣੇ ਕਹਿੰਦੇ ਕਦੇ ਕਿਸੇ ਚੀਜ਼ ਦਾ ਬੀਜ ਨਾਸ਼ ਨਹੀਂ ਹੁੰਦਾ। ਇੱਕ ਅਖਬਾਰ, ਉਹਨੂੰ ਇਹ ਤਾਂ ਨਹੀਂ ਕਿਹਾ ਜਾ ਸਕਦਾ ਵੀ ਉਹ ਛੋਟਾ ਜਿਹਾ ਅਖਬਾਰ, ਨਾ, ਅਖਬਾਰ ਹੈ। ਉਹਦਾ ਨਾਮ ਹੈ ਪੂਰਾ ਸੱਚ, ਤੇ ਉਹਨੂੰ ਚਲਾਉਣ ਵਾਲਾ ਉਹਦਾ ਐਡੀਟਰ ਹੈ ਰਾਮਚੰਦਰ ਛਤਰਪਤੀ। ਉਹਦੇ ਅਖਬਾਰ ਦਾ ਨਾਮ ਤੇ ਉਹਦਾ ਆਪਣਾ ਨਾਮ, ਉਹਨੇ ਇਹਨਾਂ ਦੋਨਾਂ ਨਾਵਾਂ ਦੇ ਨਾਲ ਧੋਖਾ ਨਹੀਂ ਹੋਣ ਦਿੱਤਾ। ਉਹ ਇਸ ਚਿੱਠੀ ਨੂੰ ਛਾਪਦਾ। ਨਾ ਸਿਰਫ ਇਸ ਚਿੱਠੀ ਨੂੰ ਛਾਪਦਾ, ਬਲਕਿ ਡੇਰੇ ਦੇ ਅੰਦਰ ਹੁੰਦੀਆਂ ਗੈਰ ਕਾਨੂੰਨੀ ਕਾਰਵਾਈਆਂ ਦੇ ਬਾਰੇ ਦੇ ਵਿੱਚ ਉਹ ਲਗਾਤਾਰ ਲਿਖਦਾ। ਧਮਕੀਆਂ ਵੀ ਸਹਿੰਦਾ, ਉਹਦਾ ਪਰਿਵਾਰ ਵੀ ਧਮਕੀਆਂ ਸਹਿੰਦਾ, ਤੇ ਅਖੀਰ ਉਹਨੂੰ ਗੋਲੀ ਮਾਰ ਦਿੱਤੀ ਜਾਂਦੀ ਹੈ। ਕੌਣ ਪੁੱਛਦਾ? ਜਦੋਂ ਕਈ ਰਾਜਾਂ ਦੇ ਮੁੱਖ ਮੰਤਰੀ ਆ ਕੇ ਤੁਹਾਡੇ ਸਾਹਮਣੇ ਡੰਡੌਤ ਕਰ ਰਹੇ ਹੋਣ, ਪੈਸਾ ਦੇ ਰਹੇ ਹੋਣ, ਸਾਰਾ ਕਾਨੂੰਨ ਉਹ ਜੇਬ 'ਚ ਪਾਈ ਫਿਰਦਾ ਹੋਵੇ, ਫਿਰ ਕੌਣ ਪੁੱਛਦਾ? ਪਰ ਸਮਾਂ ਇੱਕੋ ਜਿਹਾ ਨਹੀਂ ਰਹਿੰਦਾ। ਉਹ ਮਾਮਲਾ ਚੱਲਦਾ CBI ਦੇ ਕੁਝ ਇਸ ਤਰ੍ਹਾਂ ਦੇ ਆਫੀਸਰਾਂ ਦੇ ਕੋਲੇ ਆ ਜਾਂਦਾ ਹੈ, ਜਿਹੜੇ ਜਾਂਬਾਜ਼ ਆਫੀਸਰ ਨੇ। ਖਾਸ ਤੌਰ ਦੇ ਉੱਤੇ ਉਹਦੇ ਵਿੱਚ ਇੱਕ DSP ਦਾ ਬਾਰ-ਬਾਰ ਜ਼ਿਕਰ ਆਉਂਦਾ ਹੈ। ਉਹ ਇਹਨੂੰ ਇੱਕ ਮਿਸ਼ਨ ਦੇ ਰੂਪ ਦੇ ਵਿੱਚ ਲੈਂਦਾ ਤੇ ਉਹਦੀ ਤਹਿਕੀਕਾਤ ਤੱਕ ਜਾਂਦਾ ਹੈ। ਉਹ ਲੱਭ ਲਈਆਂ ਜਾਂਦੀਆਂ ਨੇ ਕਿ ਕੌਣ ਨੇ ਉਹ ਜਿਨ੍ਹਾਂ ਨੇ ਚਿੱਠੀ ਲਿਖੀ ਹੈ, ਤੇ ਉਹ ਅਦਾਲਤ ਦੇ ਵਿੱਚ ਭੁਗਤਦੀਆਂ ਵੀ ਨੇ। ਅਦਾਲਤ ਦੇ ਵਿੱਚ ਜਦੋਂ 17 ਦੇ ਵਿੱਚ ਇਹ ਡੇਰੇ ਤੋਂ ਚੱਲ ਕੇ ਆਉਂਦਾ, ਤਾਂ ਉਹ ਕਿਸ ਰੂਪ ਦੇ ਵਿੱਚ ਆਉਂਦਾ ਹੈ, ਉਹ ਵੀਡੀਓ ਤੁਸੀਂ ਬਹੁਤ ਸਾਰਿਆਂ ਨੇ ਦੇਖੀ ਹੋਊਗੀ, ਮੇਰੇ ਕੋਲੇ ਅੱਜ ਵੀ ਮੌਜੂਦ ਆ। ਇਉਂ ਲੱਗਦਾ ਹੈ ਕਿ ਜਿਵੇਂ ਮੁਲਕ ਦੇ ਇੱਕ ਬਹੁਤ ਵੱਡੇ ਹਿੱਸੇ ਦਾ ਵੱਡਾ ਰਾਜਾ ਚੜ੍ਹਾਈ ਕਰਨ ਵੱਲ ਨੂੰ ਤੁਰਿਆ ਹੋਇਆ, ਤੇ ਉਹਨੇ ਜਾਂਦਿਆਂ ਸਾਰ ਬਾਕੀ ਸਾਰੀ ਸਲਤਨਤ ਢਹਿ ਢੇਰੀ ਕਰ ਦੇਣੀ ਆ। ਪਰ ਉਹ ਕਾਫਲਾ ਪੰਚਕੂਲਾ ਪਹੁੰਚਦਿਆਂ ਏਡਾ ਕੁ ਰਹਿ ਜਾਂਦਾ
ਕਿ 4-5 ਕਾਰਾਂ ਫਿਰ ਅੰਦਰ ਬਸ ਜਾਂਦੀਆਂ ਨੇ ਤੇ ਉਸ ਤੋਂ ਬਾਅਦ ਉਹਨੂੰ ਦੋਸ਼ੀ ਠਹਿਰਾਇਆ ਜਾਂਦਾ ਤੇ ਬਸ ਉਦੋਂ ਉਹ ਸਲਤਨਤ ਭੁਰਨੀ ਸ਼ੁਰੂ ਹੋ ਜਾਂਦੀ ਹੈ। ਪੰਚਕੂਲੇ ਦੇ ਵਿੱਚ ਜਿਸ ਤਰ੍ਹਾਂ ਦਾ ਇਕੱਠ ਉਹਨੇ ਕੀਤਾ ਉਸ ਵੇਲੇ ਲੱਖਾਂ ਪ੍ਰੇਮੀਆਂ ਦਾ, ਉਹਦੀ ਮਨਸ਼ਾ ਅਮਨ ਕਾਨੂੰਨ ਨੂੰ ਲਾਂਬੂ ਲਾ ਦੇਣ ਦੀ ਸੀ। ਪਰ ਉਦੋਂ ਹਾਈ ਕੋਰਟ ਦੇ ਵਿੱਚ ਜੱਜ ਸਾਹਿਬ ਸਨ ਸਾਰੋਂ ਸਾਹਿਬ ਸਨ, ਉਹਨਾਂ ਦੀ ਦੂਰ ਅੰਦੇਸ਼ੀ, ਉਹਨਾਂ ਦੇ ਵੱਲੋਂ ਲਏ ਗਏ ਫੈਸਲੇ, ਕੁਝ ਉਹ ਵਕੀਲ ਭਾਈਚਾਰਾ ਜਿਹੜਾ ਕਿ ਸੁਚੇਤ ਸੀ ਇਸ ਗੱਲ ਨੂੰ ਲੈ ਕੇ ਕਿ ਹਾਲਾਤ ਕਿਸੇ ਵੀ ਤਰ੍ਹਾਂ ਦੇ ਮਾੜੇ ਹੋ ਸਕਦੇ ਆ, ਉਹਨਾਂ ਦੇ ਵੱਲੋਂ ਬਾਰ-ਬਾਰ ਪੇਸ਼ ਹੋਣਾ ਅਦਾਲਤ ਦੇ ਵਿੱਚ ਬਹੁਤ ਕੁਝ ਬਚਾ ਲਿਆ ਗਿਆ। ਉਦੋਂ ਨੁਕਸਾਨ ਤਾਂ ਹੋਇਆ, ਬਚਾ ਲਿਆ ਗਿਆ। ਉਸ ਮਾਮਲੇ 'ਚ ਉਹਨੂੰ 10-10 ਸਾਲ ਦੀ 2 ਸਜ਼ਾ ਹੋਈ ਵੀ ਜਦੋਂ ਇੱਕ ਖਤਮ ਹੋਊਗੀ ਰੇਪ ਦੇ ਮਾਮਲੇ 'ਚ ਤੇ ਦੂਸਰੀ ਸ਼ੁਰੂ ਹੋਊਗੀ। ਫਿਰ CBI ਦੀ ਅਦਾਲਤ ਦੇ ਵਿੱਚ ਚੱਲਦਾ ਉਸ ਮਹਾਨ ਪੱਤਰਕਾਰ ਰਾਮਚੰਦਰ ਛੱਤਰਪਤੀ ਦੇ ਕਤਲ ਦਾ ਮਾਮਲਾ, ਜਿਹੜਾ 28 ਦਿਨ ਜ਼ਿੰਦਗੀ ਮੌਤ ਦੇ ਨਾਲ ਲੜਦਾ ਰਿਹਾ। ਆਪਣੇ ਪਰਿਵਾਰ ਦੇ ਵਿੱਚ ਆਪਣੇ ਬੇਟਿਆਂ ਨੂੰ ਇਹ ਹੌਸਲਾ ਦਿੰਦਾ ਰਿਹਾ ਕਿ ਉਹਨੇ ਇੱਕ ਮਿਸ਼ਨ ਦੇ ਤਹਿਤ ਲੜਾਈ ਲੜੀ ਹੈ, ਉਹਨੇ ਪੱਤਰਕਾਰਤਾ ਨੂੰ ਦਾਗ ਨਹੀਂ ਲੱਗਣ ਦਿੱਤਾ ਤੇ ਅਖੀਰ ਉੱਥੇ ਮੌਤ ਜਿੱਤ ਗਈ। ਉਹ ਮਾਮਲਾ ਚੱਲਦਾ, ਉਹਦੇ ਵਿੱਚ CBI ਦੀ ਅਦਾਲਤ, ਉਹੀ ਅਦਾਲਤ ਉਹਨੂੰ ਕਾਤਲ ਠਹਿਰਾ ਦਿੰਦੀ ਹੈ। ਪਹਿਲਾਂ ਉਹ ਬਲਾਤਕਾਰੀ, ਕਿਉਂਕਿ ਅਦਾਲਤ ਨੇ ਜਦੋਂ ਠਹਿਰਾ ਦਿੱਤਾ ਫਿਰ ਉਹ ਹੈ, ਫਿਰ ਉਹਨੂੰ ਕਾਤਲ ਠਹਿਰਾ ਦਿੱਤਾ ਜਾਂਦਾ ਕਿ ਰਾਮਚੰਦਰ ਛੱਤਰਪਤੀ ਦਾ ਕਤਲ ਇਸ ਡੇਰੇ ਦੇ ਮੁਖੀ ਗੁਰਮੀਤ ਰਾਮ ਰਹੀਮ ਨੇ ਕਰਵਾਇਆ। ਉਹਨੂੰ ਕਾਤਲ ਠਹਿਰਾਉਣ ਤੋਂ ਬਾਅਦ ਰੌਲਾ ਰੱਪਾ ਤਾਂ ਫੇਰ ਪੈਂਦਾ, ਜਿਹੜੇ ਕਹਿੰਦੇ ਨੇ ਕਿ ਇਹ ਜਾਣਬੁੱਝ ਕੇ ਧਰ ਲਿਆ ਗਿਆ, ਜਾਣਬੁੱਝ ਕੇ ਅੰਦਰੋਂ ਸਾਜ਼ਿਸ਼ ਹੋਈ, ਬਹੁਤ ਸਾਰਾ ਕੁਝ ਕਿਹਾ ਗਿਆ। ਹੁਣ ਜਦੋਂ ਤੀਜਾ ਫੈਸਲਾ ਫੇਰ ਆਉਂਦਾ, ਉਹ ਰਣਜੀਤ ਸਿੰਘ ਕਤਲकांड ਦਾ। ਰਣਜੀਤ ਸਿੰਘ ਇਸ ਡੇਰੇ ਦਾ ਪੈਰੋਕਾਰ ਸੀ, ਉਹਦਾ ਪ੍ਰੇਮੀ ਸੀ, ਉਹਦਾ ਪੂਰਾ ਟੱਬਰ ਡੇਰੇ ਦੇ ਅੰਦਰ ਸੀ, ਉਹਦੀ ਭੈਣ ਵੀ ਅੰਦਰ ਸਾਧਵੀ ਸੀ। ਡੇਰੇ ਵਾਲੇ ਨੂੰ ਤੇ ਬਾਕੀਆਂ ਨੂੰ ਇਹ ਸ਼ੱਕ ਪੈਂਦਾ ਕਿ ਇਹ ਰਣਜੀਤ ਸਿੰਘ ਚਿੱਠੀ ਲਿਖਵਾਉਣ ਵਾਲਾ, ਚਿੱਠੀ ਇਹਨੇ ਲਿਖਵਾਈ ਆ, ਚਿੱਠੀ ਇਹਨੇ ਛਪਵਾਈ ਆ, ਤੇ ਉਹਨਾਂ ਨੂੰ ਸ਼ੱਕ ਇਹ ਵੀ ਪੈਂਦਾ ਕਿ ਸ਼ਾਇਦ ਜਿਹੜੀ ਚਿੱਠੀ ਲਿਖਣ ਵਾਲੀਆਂ ਸਾਧਵੀਆਂ ਨੇ ਉਹਨਾਂ ਦੇ ਵਿੱਚੋਂ ਇੱਕ ਰਣਜੀਤ ਸਿੰਘ ਦੀ ਭੈਣ ਆ। ਰਣਜੀਤ ਸਿੰਘ ਨੂੰ ਵੀ ਕਤਲ ਕਰਨ ਦੇ ਹੁਕਮ ਚਾੜੇ ਜਾਂਦੇ ਆ ਔਰ ਇਹ ਹੁਕਮ ਦਿੰਦਾ ਇਹੀ ਡੇਰੇ ਵਾਲਾ, ਜਿਹੜੀ ਕਿ ਹੁਣ ਅਦਾਲਤ ਦੇ ਵਿੱਚ ਸਿੱਧ ਹੋ ਚੁੱਕੀ ਹੈ ਗੱਲ। ਅੱਜ ਉਸ ਮਾਮਲੇ ਦੇ ਵਿੱਚ ਵੀ ਫੈਸਲਾ ਆ ਗਿਆ, ਉਹਨੂੰ ਉਮਰ ਕੈਦ ਇੱਕ ਹੋਰ ਹੋ ਗਈ। ਰਣਜੀਤ ਸਿੰਘ ਕਤਲ ਮਾਮਲੇ ਦੇ ਵਿੱਚ ਵੀ 3 ਉਮਰ ਕੈਦ ਹੋ ਗਈਆਂ। ਸਾਧਵੀਆਂ ਦੇ ਨਾਲ ਯੌਨ ਸ਼ੋਸ਼ਣ ਦੇ ਮਾਮਲੇ ਦੇ ਵਿੱਚ 10-10 ਸਾਲ 20 ਸਾਲ ਦੀ, ਕਿਉਂਕਿ ਉਹ ਇਸ ਤਰ੍ਹਾਂ ਦੀ ਕੈਦ ਹੈ ਕਿ ਇੱਕ 10 ਸਾਲ ਦੀ ਖਤਮ ਹੋਣੀ ਹੈ, ਦੂਸਰੀ ਸ਼ੁਰੂ ਹੋਣੀ ਹੈ। ਦੂਸਰੀ ਉਮਰ ਕੈਦ ਉਹ ਰਾਮਚੰਦਰ ਪਤੀ ਮਾਮਲੇ 'ਚ ਹੋਈ ਤੇ ਇਹ ਤੀਸਰੀ ਉਮਰ ਕੈਦ ਹੋਈ ਰਣਜੀਤ ਸਿੰਘ ਮਾਮਲੇ 'ਚ। ਇੱਕ ਹੋਰ ਬੇਹੱਦ ਗੰਭੀਰ ਮਾਮਲਾ ਉਹਦੇ ਉੱਤੇ ਚੱਲ ਰਿਹਾ, ਜਿਹਦਾ ਫੈਸਲਾ ਆਉਂਦੇ ਦਿਨਾਂ ਦੇ ਦੌਰਾਨ ਆਉਣਾ। ਉਹਨੇ ਆਪਣੇ ਜਿਹੜੇ ਪ੍ਰੇਮੀ ਸੀ ਕੁਝ, ਉਹਨਾਂ ਨੂੰ ਨਪੁੰਸਕ ਬਣਾਇਆ। ਨਪੁੰਸਕ ਇਸ ਕਰਕੇ ਬਣਾਇਆ ਕਿ ਉਹ ਇਹਨਾਂ ਨਪੁੰਸਕ ਲੋਕਾਂ ਦੀ ਇੱਕ ਫੌਜ ਖੜੀ ਕਰ ਸਕੇ, ਜਿਹੜੀਆਂ ਸਾਧਵੀਆਂ ਸੀ ਉਹਨਾਂ ਦੀ ਉਹ ਰਾਖੀ ਕਰਨ। ਨਪੁੰਸਕ ਕਿਉਂ ਕੀਤਾ ਗਿਆ ਉਹਨਾਂ ਨੂੰ ਤੁਸੀਂ ਸਮਝ ਸਕਦੇ ਹੋ। ਉਹ ਇੱਕ ਬੜਾ ਗੰਭੀਰ ਮਾਮਲਾ। ਉਸ ਮਾਮਲੇ ਦੇ ਵਿੱਚ ਕੀ ਹੁੰਦਾ ਇਹ ਆਉਂਦਾ ਸਮਾਂ ਦੱਸੂਗਾ, ਪਰ ਇਹਨਾਂ ਜ਼ਰੂਰ ਹੈ ਕਿ ਮੈਂ ਕਿਹਾ ਸੀ ਕਿ ਸ਼ਾਹ ਮੁਹੰਮਦ ਐਸਾ ਕੌਣ ਹੋ ਸੀ ਜਿਹਦਾ ਸ਼ੁਰੂ ਦੇ ਵਾਂਗ ਅਖੀਰ ਹੋਵੇ। ਇਸ ਸਲਤਨਤ ਜਿੰਨੀ ਤੇਜ਼ੀ ਦੇ ਨਾਲ ਗੁਰਮੀਤ ਰਾਮ ਰਹੀਮ ਨੇ ਖੜੀ ਕੀਤੀ, ਉਨੀ ਤੇਜ਼ੀ ਦੇ ਨਾਲ ਇਹ ਸਲਤਨਤ ਢਹਿ ਢੇਰੀ ਹੋ ਰਹੀ ਹੈ। ਜਿਹੜੇ ਲੋਕ ਕਹਿੰਦੇ ਆ ਕਿ ਕੁਝ ਨਹੀਂ ਹੁੰਦਾ, ਜਿਹੜੇ ਲੋਕ ਇਹ ਕਹਿੰਦੇ ਆ ਇੱਥੇ ਕੁਝ ਨਹੀਂ ਬਦਲਦਾ, ਜਿਹੜੇ ਲੋਕ ਇਹ ਕਹਿੰਦੇ ਆ ਕਿ ਨਹੀਂ ਜਿਹੜੀ ਹਾਂ ਹੁੰਦੀ ਆ ਉਹ ਕਿਸੇ ਨੂੰ ਨਹੀਂ ਲੱਗਦੀ, ਇਹ ਲੱਗਦੀ ਹੈ। ਅਸੀਂ ਸਿਆਸਤ ਦੇ ਵਿੱਚ ਆਪਣੀਆਂ ਅੱਖਾਂ ਦੇ ਸਾਹਮਣੇ ਲੋਕਾਂ ਨੇ, ਬਹੁਤ ਸਾਰੇ ਲੋਕਾਂ ਨੇ, ਉਹ ਲੋਕ ਸਿਆਸਤ ਦੇ ਵਿੱਚ ਢਹਿ ਢੇਰੀ ਹੁੰਦੇ ਦੇਖੇ ਆ ਜਿਨ੍ਹਾਂ ਨੇ ਹੰਕਾਰ ਦੇ ਤਹਿਤ, ਹਉਮੈ ਦੇ ਤਹਿਤ ਡਾਇਰੈਕਟ ਰੂਪ ਦੇ ਵਿੱਚ ਪੰਗਾ ਲੈ ਲਿਆ।
ਪੰਗਾ ਕਿੰਨਾਂ ਚੀਜ਼ਾਂ ਦੇ ਨਾਲ ਲਿਆ? ਧਾਰਮਿਕ ਚੀਜ਼ਾਂ ਦੇ ਨਾਲ। ਅੱਜ ਕੋਈ ਮੰਨੇ ਜਾਂ ਨਾ ਮੰਨੇ, ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਇੱਕ ਬਹੁਤ ਵੱਡੀ ਗਲਤੀ ਕੀਤੀ, ਗੁਟਕਾ ਸਾਹਿਬ ਹੱਥ ਦੇ ਵਿੱਚ ਫੜ ਕੇ ਸਹੁੰ ਖਾਣ ਦੀ, ਜਿਹਨੂੰ ਉਹ ਨਿਭਾ ਨਹੀਂ ਸਕੇ। ਯਾਦ ਕਰੋ 2002 ਤੋਂ ਲੈ ਕੇ 7 ਤੱਕ ਦਾ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਕਾਲ, ਤੇ 16 ਦੇ ਵਿੱਚ ਜਦੋਂ ਉਹ ਦੁਬਾਰਾ ਫੇਰ ਕਾਂਗਰਸ ਦੇ ਪ੍ਰਧਾਨ ਬਣਦੇ ਆ, ਇੱਕ ਬਹੁਤ ਵੱਡੇ ਕੱਦ-ਬੁੱਤ ਦਾ ਲੀਡਰ, ਤੇ ਉਹਦੇ ਹਾਲਾਤ ਇਹ ਬਣ ਜਾਂਦੇ ਆ 4.5 ਸਾਲਾਂ ਦੇ ਵਿੱਚ ਕਿ ਉਹ ਆਪਣਾ ਅਸਤੀਫਾ ਲੈ ਕੇ ਰਾਜਪਾਲ ਦੇ ਕੋਲੇ ਚਲੇ ਜਾਂਦਾ ਕਿ ਮੈਂ ਅਸਤੀਫਾ ਦਿੱਤਾ। ਸਿਆਣੇ ਕਹਿੰਦੇ ਆ ਕਿ ਪ੍ਰਤੱਖ ਨੂੰ ਪ੍ਰਮਾਣ ਨਹੀਂ ਹੁੰਦਾ। ਕੀ ਇਹ ਪ੍ਰਮਾਣ ਛੋਟੇ-ਮੋਟੇ ਆ? ਜੇ ਸਮਝਣਾ ਹੋਵੇ ਤਾਂ ਇੰਨੇ ਹਉਮੈ ਨਹੀਂ ਚੱਲਦੀ, ਇੰਨਾ ਹੰਕਾਰ ਨਹੀਂ ਚੱਲਦਾ। ਜਿਹੜੀ ਕੰਧ ਖੜੀ ਕੀਤੀ ਜਾਂਦੀ ਆ ਕੁਝ ਲੋਕਾਂ ਦੇ ਵੱਲੋਂ ਪੈਸੇ ਦੇ ਜ਼ੋਰ ਦੇ ਉੱਤੇ, ਤੇ ਕਿ ਕੰਧ ਦੇ ਓਹਲੇ ਅਸੀਂ ਜੋ ਮਰਜ਼ੀ ਕੁਕਰਮ ਕਰਦੇ ਰਹਾਂਗੇ, ਪਰ ਲੋਕਾਂ ਦੇ ਸਾਹਮਣੇ ਅਸੀਂ ਇੱਕ ਸਾਧੂ ਦੇ ਰੂਪ ਦੇ ਵਿੱਚ ਰਹਾਂਗੇ ਕਿ ਅਸੀਂ ਬਹੁਤ ਲੋਕਾਂ ਦੀ ਮਦਦ ਕਰਦੇ ਹਾਂ, ਅਸੀਂ ਖੂਨਦਾਨ ਕੈਂਪ ਬੜੇ ਲਾਉਂਦੇ ਹਾਂ, ਅਸੀਂ ਲੋਕਾਂ ਨੂੰ ਪੈਸੇ ਬੜੇ ਦਿੰਦੇ ਹਾਂ, ਅਸੀਂ ਬਹੁਤ ਮਦਦ ਹਰ ਜਿਹੜਾ ਲੋੜਵੰਦ ਆ ਉਹਦੀ ਕਰਦੇ ਹਾਂ। ਜਦੋਂ ਕਿ ਉਸ ਕੰਧ ਦੇ ਓਹਲੇ ਜੋ ਕੁਕਰਮ ਹੋ ਰਹੇ ਹੁੰਦੇ ਆ, ਉਹ ਹੁਣ ਅਦਾਲਤ ਨੇ ਸਪਸ਼ਟ ਕਰ ਦਿੱਤੇ ਤੇ ਅਦਾਲਤ ਨੇ ਉਹਨੂੰ ਦੋਸ਼ੀ ਠਹਿਰਾ ਦਿੱਤਾ। ਇਹ ਇੱਕ ਸਲਤਨਤ ਦਾ ਅੰਤ ਹੈ। ਜੇ ਸਮਝਣਾ ਹੋਵੇ, ਮੈਂ ਫੇਰ ਕਹੂੰਗਾ ਕਿ ਜੇ ਸਮਝਣਾ ਹੋਵੇ ਤਾਂ, ਨਹੀਂ ਕੋਈ ਸਮਝਣਾ ਚਾਹੁੰਦਾ ਤੇ ਇਹ ਉਹਦੀ ਆਪਣੀ ਇੱਛਾ ਹੋ ਸਕਦੀ ਹੈ ਕਿ ਉਹ ਇਹ ਸਮਝੇ ਨਹੀਂ ਇਹਦੇ ਨਾਲ ਕੀ ਫਰਕ ਪੈ ਗਿਆ। ਫਰਕ ਬਹੁਤ ਵੱਡਾ ਪੈ ਗਿਆ, ਫਰਕ ਬਹੁਤ ਵੱਡਾ ਪੈ ਗਿਆ। ਅੱਜ ਉਹ ਕਿੱਥੇ ਆ ਆਸਾਰਾਮ? ਅੱਜ ਉਹ ਕਿੱਥੇ ਆ ਜਿਹੜਾ ਹਰਿਆਣੇ ਦੇ ਵਿੱਚ ਇੱਕ ਫੌਜ ਖੜੀ ਕਰੀ ਬੈਠਾ ਸੀ ਆਪਣਾ, ਤੇ ਅੱਜ ਕਿੱਥੇ ਆ ਗੁਰਮੀਤ ਰਾਮ ਰਹੀਮ, ਜਿਹੜਾ ਇਹ ਕਹਿੰਦਾ ਸੀ, ਜਿਹੜਾ ਮੁੱਖ ਮੰਤਰੀਆਂ ਵੱਲ ਵੀ ਭੌਂਕ ਕੇ ਨਹੀਂ ਸੀ ਵੇਖਦਾ। ਇਹ ਕਹਿੰਦਾ ਹੁੰਦਾ ਸੀ ਫਲਾਨੀ ਤਰੀਕ ਨੂੰ ਫੈਸਲਾ ਕਰਾਂਗੇ ਵੋਟਾਂ ਕਿਹਨੂੰ ਪਾਉਣੀਆਂ ਨੇ। ਲੋਕ ਭਾਵਕ ਨੇ, ਲੋਕ ਬਹੁਤ ਸਾਰੀਆਂ ਮੁਸ਼ਕਲਾਂ 'ਚ ਘਿਰੇ ਹੋਏ ਨੇ। ਉਹ ਜਿਹੇ ਲੋਕਾਂ ਦੇ ਪਿੱਛੇ ਕਿਸੇ ਇੱਕ ਅਚੰਭੇ ਦੀ ਆਸ ਦੇ ਵਿੱਚ ਭੱਜ ਤੁਰਦੇ ਨੇ। ਉਹਨਾਂ ਲੋਕਾਂ ਦੀ ਮਾਨਸਿਕਤਾ ਦਾ ਇਹ ਲੋਕ ਫਾਇਦਾ ਲੈਂਦੇ ਆ, ਉਹਨਾਂ ਨੂੰ ਵੋਟ ਬੈਂਕ ਦੇ ਰੂਪ ਦੇ ਵਿੱਚ ਵਰਤਦੇ ਆ। ਅੱਜ ਇਹੀ ਚੀਜ਼ ਸਮਝਾਉਣ ਦੀ ਲੋਕਾਂ ਨੂੰ ਜ਼ਰੂਰਤ ਹੈ ਕਿ ਤੁਹਾਡੀਆਂ ਸਮੱਸਿਆਵਾਂ ਦਾ ਹੱਲ ਉਹਨਾਂ ਲੋਕਾਂ ਦੇ ਕੋਲੇ ਆ ਜਿਨ੍ਹਾਂ ਨੂੰ ਤੁਸੀਂ ਨੇਤਾ ਚੁਣਦੇ ਹੋ ਵੋਟਾਂ ਪਾ ਕੇ। ਜਦੋਂ ਤੁਸੀਂ ਆਪਣੇ ਵੋਟ ਦਾ ਹੱਕ ਕਿਸੇ ਉਸ ਬੰਦੇ ਨੂੰ ਦੇ ਦਿੰਦੇ ਹੋ ਜਿਹੜਾ ਕਿ ਉਹ ਮਿਸਯੂਜ਼ ਕਰ ਰਿਹਾ, ਤੁਹਾਨੂੰ ਭੇਡਾਂ ਬੱਕਰੀਆਂ ਵਾਂਗੂ ਵੇਚ ਦਿੰਦਾ, ਤੇ ਉੱਥੋਂ ਸਿਆਸਤਦਾਨ ਇਹ ਸੋਚਦੇ ਆ ਅਸੀਂ ਇਹਨਾਂ ਲੋਕਾਂ ਤੋਂ ਕੀ ਲੈਣਾ ਜਿਨ੍ਹਾਂ ਕੋਲੇ 8, 10, 15, 20 ਵੋਟਾਂ ਨੇ। ਅਸੀਂ ਉਸ ਬੰਦੇ ਦੇ ਕੋਲੇ ਜਾਵਾਂਗੇ ਜਿਹਦੇ ਕੋਲੇ 8, 10, 20, 25, 30, 50 ਲੱਖ ਵੋਟਾਂ ਨੇ। ਉਹ ਕਹਿੰਦਾ ਪਾ ਦਿਓ ਇਸ ਪਾਸੇ। ਫਿਰ ਸਿਆਸਤਦਾਨ ਉਸ ਪਾਸੇ ਵੱਲ ਨੂੰ ਜਾਂਦੇ ਨੇ। ਕੀ ਕਦੇ ਇਹ ਅਜਿਹੀਆਂ ਸਲਤਨਤਾਂ ਮੁੱਕ ਸਕਣਗੀਆਂ? ਮੇਰੀ ਚਾਚੇ ਮੁੱਕ ਸਕਦੀਆਂ ਨੇ, ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੈ। ਸਿਰਫ ਲੋਕਾਂ ਦੇ ਵਿੱਚ ਜਾਗਰੂਕਤਾ ਲਿਆਉਣ ਦੀ ਲੋੜ ਹੈ, ਲੋਕਾਂ ਦੇ ਵਿੱਚ ਐਜੂਕੇਸ਼ਨ ਲਿਆਉਣ ਦੀ ਲੋੜ ਹੈ। ਜਿਹੜੇ ਲੋਕ ਅਜਿਹੇ ਲੋਕਾਂ ਦੇ ਪਿੱਛੇ ਲੱਗ ਤੁਰਦੇ ਨੇ, ਕਿਤੇ ਨਾ ਕਿਤੇ ਉਹਨਾਂ ਦੀ ਮਾਨਸਿਕਤਾ ਪੜ੍ਹਨਾ, ਉਹਨਾਂ ਦੀ ਐਜੂਕੇਸ਼ਨ ਕਿੰਨੀ ਹੈ, ਉਹਨਾਂ ਦੀ ਸਮਝ ਕਿੰਨੀ ਹੈ, ਉਹਨਾਂ ਨੂੰ ਇਹ ਲੱਗਦਾ ਹੈ ਕਿ ਉਹਨਾਂ ਦੀਆਂ ਦੁੱਖਾਂ ਤਕਲੀਫਾਂ ਦਾ ਅੰਤ ਅਜਿਹੇ ਲੋਕ ਕਰ ਸਕਦੇ ਨੇ ਜਿਹੜੇ ਕਿ ਆਪ ਖੁਦ ਉਹਨਾਂ ਮੁਸ਼ਕਲਾਂ ਦੇ ਵਿੱਚ ਘਿਰੇ ਹੀ ਨਹੀਂ ਹੁੰਦੇ, ਬਲਕਿ ਉਹਨਾਂ ਨੇ ਇੱਕ ਆਪਣਾ ਇਸ ਤਰ੍ਹਾਂ ਦਾ ਅੰਪਾਇਰ ਖੜਾ ਕੀਤਾ ਹੁੰਦਾ ਜਿਹਦੇ ਕੰਧ ਦੇ ਦੂਜੇ ਪਾਸੇ ਅਸੀਂ ਵੇਖਣ ਦੇ ਵਾਸਤੇ ਕਦੀ ਤਿਆਰ ਨਹੀਂ ਹੁੰਦੇ ਕਿ ਜਿਹੜੀ ਇਹ ਕੰਧ ਖੜੀ ਕੀਤੀ ਗਈ ਹੈ, ਜਿਹੜਾ ਇਹ ਅੰਪਾਇਰ ਖੜਾ ਕੀਤਾ ਗਿਆ, ਉਹ ਲੁਕਾਉਣ ਦੇ ਵਾਸਤੇ ਖੜਾ ਕੀਤਾ ਗਿਆ ਕਿ ਇਹਦੇ ਦੂਜੇ ਪਾਸੇ ਕੀ ਹੋ ਰਿਹਾ। ਬਹੁਤ ਬਹੁਤ ਧੰਨਵਾਦ। ਉਮੀਦ ਹੈ ਕਿ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਊਗਾ। ਜੇ ਨਹੀਂ ਕੀਤਾ ਤਾਂ ਕਿਰਪਾ ਕਰਕੇ ਇਸ ਨੂੰ ਸਬਸਕ੍ਰਾਈਬ ਕਰ ਲੈਣਾ, ਤੇ ਇਹ ਵੀ ਤੁਹਾਤੋਂ ਤਵੱਕੂ ਹੈ ਕਿ ਤੁਸੀਂ ਇਹ ਬਾਕੀ ਵੀ ਆਪਣੇ ਸਰਕਲ ਦੇ ਵਿੱਚ ਇਹਨੂੰ ਸਬਸਕ੍ਰਾਈਬ ਕਰਨ ਦੇ ਵਾਸਤੇ ਆਖੋਗੇ। ਸਤਿ ਸ਼੍ਰੀ ਅਕਾਲ।